ਤੁਹਾਡਾ ਦੋਸਤ ਤੁਹਾਡਾ ਵੀਰ ਅਫਜ਼ਲ ਭੱਟੀ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਵੀਰ ਜ਼ੁਲਫਕਾਰ ਜੱਟ ਸਾਹਿਬ ਤੇ ਤਮਾਮ ਵੇਖਣ ਵਾਲੇ ਨਾਜ਼ਰੀਨ ਨੂੰ ਅਸਲਾਮ ਵਾਲੇਕੁਮ। ਤੇ ਪਿਆਰੇ ਵੇਖਣ ਵਾਲਿਓ, ਅਸੀਂ ਆਪਣੇ ਹਰ ਪ੍ਰੋਗਰਾਮ ਦੇ ਵਿੱਚ ਕੋਸ਼ਿਸ਼ ਕਰਨੇ ਆ ਕਿ ਕਿਸੇ ਨਾ ਕਿਸੇ ਐਸੇ ਮੌਜੂ ਦੇ ਉੱਤੇ ਕਿਸੇ ਨਾ ਕਿਸੇ ਐਸੇ ਟੌਪਿਕ 'ਤੇ ਗੱਲ ਕੀਤੀ ਜਾਏ ਜਿਹਦਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਬਿਲ ਵਾਸਤਾ ਜਾਂ ਬਿਲਾ ਵਾਸਤਾ ਤਾਲੁਕ ਸਾਡੇ ਮੁਆਸ਼ਰੇ ਦੇ ਨਾਲ ਹੋਏ, ਸਾਡੀ ਸੁਸਾਇਟੀ ਦੇ ਨਾਲ ਹੋਏ, ਸਾਡੇ ਲੋਕਾਂ ਦੇ ਨਾਲ ਹੋਏ। ਅਤੇ ਅੱਜ ਅਸੀਂ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਅਤੇ ਮੇਰਾ ਵੀਰ ਕੋਸ਼ਿਸ਼ ਕਰਾਂਗੇ ਕਿ ਅੱਜ ਕੱਲ੍ਹ ਜਿਹੜੀ ਸੋਸ਼ਲ ਮੀਡੀਆ ਐਪਸ ਨੇ ਉਹਨਾਂ ਦੇ ਹਵਾਲੇ ਦੇ ਨਾਲ ਉਹਦੇ ਮੁਖਤਲਿਫ ਜ਼ਾਵੀਆਂ ਤੋਂ ਡਿਸਕਸ ਕੀਤਾ ਜਾਏ। ਜਿਸ ਤਰ੍ਹਾਂ ਕਿ ਇਸ ਸੋਸ਼ਲ ਮੀਡੀਆ ਨੇ ਸਾਡੇ ਬਹੁਤ ਸਾਰੇ ਜਿਹੜੇ ਲੰਬੇ ਚੌੜੇ ਫਾਸਲੇ ਸੀ ਉਹਨਾਂ ਨੂੰ ਸਿਮਟ ਕੇ ਅਤੇ ਬਿਲਕੁਲ ਥੋੜ੍ਹੇ ਜਿਹੇ ਉਹ ਕਰ ਦਿੱਤਾ। ਲੇਕਿਨ ਇਹਦੇ ਨਾਲ ਨਾਲ ਇਸ ਸੋਸ਼ਲ ਮੀਡੀਆ ਨੇ ਸਾਡੇ ਵਿੱਚ ਬਹੁਤ ਬੜੀਆਂ ਦੂਰੀਆਂ ਵੀ ਪੈਦਾ ਕਰ ਦਿੱਤੀਆਂ। ਜਿੱਥੇ ਇਸ ਸੋਸ਼ਲ ਮੀਡੀਆ ਦੇ ਹਜ਼ਾਰਾਂ ਫਾਇਦੇ ਨੇ, ਉੱਥੇ ਇਹਦੇ ਕੋਈ ਨੁਕਸਾਨਾਤ ਵੀ ਨੇ। ਅਤੇ ਮੈਂ ਅੱਜ ਆਪਣੇ ਵੀਰ ਦੇ ਨਾਲ ਇਸ ਟੌਪਿਕ ਦੇ ਉੱਤੇ ਗੱਲ ਕਰਨ ਦਾ ਮਕਸਦ ਹੈਗਾ ਕਿ ਚੂੰਕਿ ਇਹ ਦੌਰ ਹੀ ਸੋਸ਼ਲ ਮੀਡੀਆ ਦਾ, ਅਤੇ ਇਸ ਵਾਸਤੇ ਇਹਦੇ ਜਿਹੜੇ ਸਾਰਫੀਨ ਨੇ ਉਹ ਬਖੂਬੀ ਜਾਣਦੇ ਨੇ ਜੱਟ ਸਾਹਿਬ। ਲੇਕਿਨ ਫਿਰ ਵੀ ਇਸ ਦੇ ਬਾਵਜੂਦ ਵੀ ਜਿਸ ਟਾਈਮ ਇੱਕ ਚੀਜ਼ ਦੀ ਦੌੜ ਲੱਗੀ ਹੁੰਦੀ ਹੈ ਨਾ, ਇੱਕ ਉਹ ਆਂधी ਚੱਲ ਰਹੀ ਹੁੰਦੀ ਹੈ, ਅਤੇ ਫਿਰ ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਨਹੀਂ ਚੱਲਦਾ। ਅਤੇ ਅੱਜ ਦਾ ਦੌਰ ਸੋਸ਼ਲ ਮੀਡੀਆ ਦਾ, ਜਿਹਦੇ ਵਿੱਚ ਮੈਂ ਬਰਮਲਾ ਟਿਕਟਾਕ, ਫੇਸਬੁੱਕ, ਯੂਟਿਊਬ, ਹੋਰ ਇਸ ਤੋਂ ਇਲਾਵਾ ਬਹੁਤ ਸਾਰੀ ਐਪ, ਅਤੇ ਇਹਨਾਂ ਦੇ ਬਾਰੇ ਦੇ ਵਿੱਚ ਕੁਛ ਸਾਡੇ ਨਾਜ਼ਰੀਨ ਨੂੰ ਤੁਸੀਂ ਦੱਸੋ ਕਿ ਬੇਸਿਕਲੀ ਇਹ ਐਪਸ ਜਿਹੜੀਆਂ ਨੇ ਇਹਨਾਂ ਦਾ ਮਕਸਦ ਕੀ ਹੈ ਔਰ ਅਸੀਂ ਇਹਨਾਂ ਨੂੰ ਕਿਹੜੇ ਮਕਸਦ ਵਾਸਤੇ ਇਸਤੇਮਾਲ। ਵੀ ਭੱਟੀ ਸਾਹਿਬ, ਮੈਂ ਤੁਹਾਨੂੰ ਦੱਸਾਂ ਕਿ ਜਦੋਂ ਤੁਸੀਂ ਫੇਸਬੁੱਕ ਇਸਤੇਮਾਲ ਕਰ ਰਹੇ ਹੋ ਜਾਂ ਦੂਸਰਾ ਵੀ ਕੋਈ ਪਲੇਟਫਾਰਮ ਇਸਤੇਮਾਲ ਕਰ ਰਹੇ ਹੋ, ਉਹਦੇ ਅੰਦਰ ਸੈਟਿੰਗਸ ਹੁੰਦੀਆਂ ਨੇ। ਅੱਛਾ, ਚੂੰਕਿ ਸਾਨੂੰ ਅਵੇਅਰਨੈਸ ਨਹੀਂ ਹੁੰਦੀ ਇਤਨੀ ਜ਼ਿਆਦਾ, ਨਾ ਅਸੀਂ ਕਿਸੇ ਕੋਲੋਂ ਸਿੱਖਿਆ ਹੁੰਦਾ, ਅਸੀਂ ਸਮਝ ਲਓ ਕਿ ਫੜਨੇ ਆ ਅਤੇ ਸ਼ੁਰੂ ਹੋ ਜਾਂਦੇ। ਈਵਨ ਤੁਸੀਂ ਹੁਣ ਪਿੰਡਾਂ 'ਚ ਵੀ ਚਲੇ ਜਾਓ, ਉਹਨਾਂ ਦੇ ਬੱਚੇ ਨੂੰ ਫੇਸਬੁੱਕ ਚਲਾਉਣੀ ਆਉਂਦੀ। ਜੀ ਬਿਲਕੁਲ ਠੀਕ ਹੈ, ਲੇਕਿਨ ਉਹਨੂੰ ਐਗਜ਼ੈਕਟਲੀ ਜਿਵੇਂ ਚਲਾਉਣੀ ਚਾਹੀਦੀ ਉਹ ਨਹੀਂ ਆਉਂਦੀ। ਠੀਕ ਹੈ, ਤੁਸੀਂ ਐਡਾ ਲੰਮਾ ਐਗਰੀਮੈਂਟ ਹੁੰਦਾ, ਉਹ ਕਿਸੇ ਨੇ ਵੀ ਪੜ੍ਹਨਾ ਕਦੇ ਗਵਾਰਾ ਨਹੀਂ ਕੀਤਾ, ਠੱਕ ਕਰਕੇ ਐਗਰੀ ਕੀਤਾ, ਓਕੇ ਜੀ, ਤਾਂ ਕਿ ਅਸੀਂ ਵਿੱਚ ਵੜ ਜਾਈਏ ਫਟਾਫਟ। ਸੋ ਸਾਨੂੰ ਵਿੱਚ ਵੜਨ ਦਾ ਬੜਾ ਸ਼ੌਕ ਹੁੰਦਾ, ਅਸੀਂ ਉਹਦੇ ਪ੍ਰਾਈਵੇਸੀ ਸੈਟਿੰਗ, ਉਹਦੀ ਬਾਕੀ ਜਨਰਲ ਸੈਟਿੰਗ ਨੂੰ ਨਹੀਂ ਸਮਝਦੇ। ਠੀਕ ਹੈ, ਇਹਦੇ ਵਿੱਚ ਬਹੁਤ ਸਾਰੀ ਸੈਟਿੰਗਸ ਐਸੀਆਂ ਹੁੰਦੀਆਂ ਨੇ ਕਿ ਜਿਹੜਾ ਤੁਸੀਂ ਮਵਾਦ ਨਹੀਂ ਦੇਖਣਾ ਚਾਹੁੰਦੇ ਉਹਨੂੰ ਤੁਸੀਂ ਰੋਕ ਵੀ ਸਕਦੇ ਹੋ, ਯਾਨੀ ਫਿਲਟਰ ਕਰ ਸਕਦੇ। ਠੀਕ ਹੈ, ਇੱਕ ਚੀਜ਼ ਤੇ। ਲੇਕਿਨ ਇਹਦੀ ਜਿਹੜੀ ਬੁਰਾਈਆਂ ਨੇ ਨਾ ਜੀ, ਉਹ ਹੁਣ ਮੈਂ ਥੋੜ੍ਹਾ ਜਿਹਾ ਦੱਸਾਂਗਾ ਕਿ ਤਬਾਹੀ ਕਿੱਥੇ ਜੀ। ਤਬਾਹੀ ਇਹ ਹੈ ਕਿ ਬਾਂਦਰ ਹੱਥ ਮਾਚਿਸ ਆ ਜਾਏ ਨਾ, ਉਹ ਜੰਗਲ ਫੂਕ ਛੱਡਦਾ ਜੀ, ਅੱਗ ਲਾ ਦੇਗਾ ਅਤੇ ਪੂਰਾ ਜੰਗਲ ਬਰਬਾਦ। ਜੀ। ਇਸ ਟਾਈਮ ਜਿਹੜਾ ਸਾਡੇ ਪਾਕਿਸਤਾਨ ਜਾਂ ਇੰਡੀਆ ਜਾਂ ਇਹ ਜਿਹੜੇ ਤਰੱਕੀ ਪਜ਼ੀਰ ਮੁਲਕ ਨੇ ਨਾ, ਏਸ਼ੀਆਈ ਮੁਲਕ ਨੇ, ਇਹਨਾਂ ਦੇ ਵਿੱਚ ਜਨਾਬ ਇਹ ਬੇਸਿਕਲੀ ਬਾਂਦਰ ਹੱਥ ਨਾ ਮਾਚਿਸ ਆਈ। ਅੱਛਾ, ਉਹ ਪੈਸਾ ਤਾਂ ਕਮਾ ਰਹੇ ਨੇ, ਲੇਕਿਨ ਗੱਲ ਇਹ ਵੇ ਕਿ ਉਹ ਸਾਡੀ ਜਿਹੜੀ ਬੇਸਿਕ ਅਖਲਾਕੀਆਤ ਨੇ ਨਾ, ਉਹਦਾ ਜਨਾਸਾ ਕੱਢਣ ਦੇ। ਮਿਸਾਲ ਦੇ ਤੌਰ 'ਤੇ ਭੱਟੀ ਸਾਹਿਬ, ਮੈਂ ਤੁਹਾਨੂੰ ਦੱਸਾਂ, ਟਿਕਟੋਕ ਨੂੰ ਲੈ ਲਓ। ਜੀ। ਟਿਕਟੋਕ ਬਹੁਤ ਫੈਮੀਲੀਅਰ ਐਪ ਹੈ। ਜੀ। ਠੀਕ ਹੈ, ਇਸੇ ਤਰ੍ਹਾਂ ਦੀਆਂ ਹੋਰ ਬਹੁਤ ਸਾਰੀ ਐਪਸ ਨੇ। ਫਿਰ ਇੱਕ ਵੀ ਗੋ ਲਾਈਵ ਹੁੰਦੀ ਹੈ, ਪਤਾ ਨਹੀਂ ਕਿਹੜੀਆਂ ਨੇ, ਹੁਣ ਤਾਂ ਦੁਨੀਆ ਜਾਣਦੀਆਂ, ਸਟ੍ਰੀਮਰ ਕੋਰ ਅਤੇ ਪਤਾ ਨਹੀਂ ਕੀ। ਜੀ। ਅੱਛਾ, ਉਹਦੇ ਵਿੱਚ ਹੁੰਦਾ ਕੀ ਹੈ ਕਿ ਖਵਾਤੀਨ ਜਿਹੜੀਆਂ ਨੇ ਉਹ ਲੜਕਿਆਂ ਦਾ ਦਿਲ ਲੁਭਾ ਰਹੀਆਂ ਹੁੰਦੀਆਂ, ਲੜਕੇ ਜਿਹੜੇ ਨੇ ਖਵਾਤੀਨ ਦਾ ਦਿਲ ਲੁਭਾ ਰਹੇ ਹੁੰਦੇ, ਯਾਨੀ ਕਿ ਬੇਸਿਕਲੀ ਜਿਹੜੀ ਸੈਕਸ ਇੰਡਸਟਰੀ ਹੈ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ। ਠੀਕ ਹੈ, ਅਤੇ ਸਾਡੇ ਜੈਸੇ ਮੁਆਸ਼ਰੇ ਇਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ, ਕਿਉਂਕਿ ਸਾਡੀ ਅਖਲਾਕੀਅਤ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੀ। ਅੱਛਾ, ਦੂਸਰੇ ਪਾਸੇ ਆ ਜਾਓ, ਬਦਕਿਸਮਤੀ ਕਹਿ ਲਓ ਕਿ ਸਾਡੇ ਮੁਆਸ਼ਰੇ ਦੇ ਅੰਦਰ ਹੁਣ ਇੱਕ ਚੀਜ਼ ਨਾ, ਚੌਧਰ ਦੀ ਅਲਾਮਤ ਪੈਸਾ ਸਮਝਿਆ ਜਾਂਦਾ ਹੈ। ਠੀਕ ਹੈ, ਵਡਿਆਈ ਦੀ ਅਲਾਮਤ ਪੈਸਾ ਸਮਝਿਆ ਜਾਂਦਾ ਹੈ ਕਿ ਤੁਸੀਂ ਵੱਡੇ ਉਦੋਂ ਸਮਝੇ ਜਾਂਦੇ ਹੋ ਜਦੋਂ ਤੁਹਾਡੇ ਕੋਲ ਪੈਸਾ ਜ਼ਿਆਦਾ ਹੈ ਜਾਂ ਤੁਹਾਡੀ ਗੱਡੀ ਤਗੜੀ ਹੈ। ਕੋਈ ਇਹ ਨਹੀਂ ਪੁੱਛਣ ਦੀ ਜ਼ਹਿਮਤ ਕਰਦਾ ਕਿ ਗੱਡੀ ਕਮਾਈ ਕਿਵੇਂ, ਇਹ ਪੈਸਾ ਤੇਰੇ ਕੋਲ ਆਇਆ ਕਿੱਥੋਂ। ਹਲਾਲ ਹਰਾਮ ਦੀ ਜਦੋਂ ਤਮੀਜ਼ ਖਤਮ ਹੋ ਜਾਏ ਨਾ, ਤੇ ਫਿਰ ਮਾਮਲਾ ਤੇ ਇਸ ਡਗਰ ਤੇ ਚੱਲ ਪੈਂਦਾ। ਹੁਣ ਹੋ ਕੀ ਰਿਹਾ, ਹੋ ਰਿਹਾ ਕਿ ਜੀ ਟਿਕਟੋਕ ਦੇ ਉੱਤੇ ਬੜੀ ਕਮਾਈ ਹੈ। ਅੱਛਾ, ਉਹ ਬੰਦਾ ਸੋਚਦਾ ਜੀ ਕਿਵੇਂ ਕਮਾਈ ਹੈ, ਜੀ ਫਲਾਣਾ ਗਿਫਟ ਕਰ ਰਿਹਾ, ਕੋਈ ਸ਼ੇਰ ਮਾਰ ਰਿਹਾ, ਕੋਈ ਫੁੱਲ ਮਾਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਸਾਰੀਆਂ ਚੀਜ਼ਾਂ ਹੋ ਰਹੀਆਂ। ਅੱਛਾ, ਗੁਫ਼ਤਗੂ ਉੱਥੇ ਕੀ ਹੋ ਰਹੀ ਹੈ, ਲੜਕਾ ਲੜਕੀਆਂ ਨਾਲ ਲੱਗਾ, ਅਤੇ ਉਹ ਗੱਲਾਂ ਹੋ ਰਹੀਆਂ ਨੇ ਜਿਹੜੀਆਂ ਕਿ ਤੁਸੀਂ ਮੀਆਂ ਬੀਵੀ ਵੀ ਸ਼ਾਇਦ ਆਪਸ ਦੇ ਵਿੱਚ ਡਿਸਕਸ ਨਾ ਕਰ ਸਕੋ। ਇੰਨਾ ਗੰਦ ਬਕਿਆ ਜਾ ਰਿਹਾ। ਠੀਕ ਹੈ, ਦੇਖੋ ਯਾਰ, ਗੱਲ ਇਹ ਵੇ ਭਾਜੀ, ਹਰਾਮ ਹਲਾਲ, ਅੱਛਾਈ ਬੁਰਾਈ, ਇਹ ਇਹਨਾਂ ਦਾ ਮਤਲਬ ਹੈ।
ਜਦੋਂ ਤੁਸੀਂ ਇਹਦਾ ਮਾਣਾ ਹੀ ਖਤਮ ਕਰ ਦਿਓਗੇ ਨਾ, ਜੀ ਹਰਾਮ ਨੂੰ ਹਲਾਲ 'ਚ ਗੜਬੜ ਕਰ ਦਿਓਗੇ, ਬੁਰਾਈ ਨੂੰ ਅੱਛਾਈ 'ਚ ਅੱਛਾਈ ਗੜਬੜ ਜੀ ਕਰ ਕੋਈ ਦਿਓਗੇ, ਤਮੀਜ਼ ਨਹੀਂ ਰਹਿ ਜਾਏਗੀ। ਤਮੀਜ਼ ਜਦੋਂ ਨਹੀਂ ਰਹਿ ਜਾਏਗੀ ਤੇ ਫਿਰ ਤੁਹਾਡੀ ਦੁਨੀਆ ਜਿਹੜੀ ਹੈ ਖਤਮ ਹੋ ਗਈ। ਹੂੰ, ਮੈਨੂੰ ਯਾਦ ਆ ਗਈ ਹਦੀਸ, ਆਪ ਸੱਲਮ ਨੇ ਫਰਮਾਇਆ ਕਿ ਜਿਹੜਾ ਹਯਾ ਨਾ ਕਰਿਓ ਫਿਰ ਜੋ ਮਰਜ਼ੀ ਕਰੇ। ਫਿਰ ਜੋ ਮਰਜ਼ੀ ਕਰੇ। ਠੀਕ ਹੈ। ਹਯਾ ਜਿਹੜੀ ਹੈ ਨਾ, ਇਹ ਕਿਸੇ ਵੀ ਮੁਸਲਮਾਨ ਕੀ ਕਿਸੇ ਵੀ ਇਨਸਾਨ ਦਾ ਇਹ ਪੈਕਰ ਹੁੰਦਾ ਹੈ ਕਿ ਜੀ ਮਤਲਬ ਹਯਾ ਬੜੀ ਕਮਾਲ ਦੀ ਚੀਜ਼ ਹੈ। ਜੀ ਇਹ ਤੁਹਾਨੂੰ ਇੱਕ ਦਾਇਰਾ ਕਾਰ ਦੇ ਵਿੱਚ ਰੱਖਦੀ ਹੈ, ਤੁਹਾਡਾ ਡਿਸਿਪਲਿਨ ਕਾਇਮ ਰੱਖਦੀ ਹੈ, ਸਾਦਾ ਲਫ਼ਜ਼ਾਂ ਜੀ ਦੇ ਵਿੱਚ ਗੱਲ। ਜੀ ਤੇ ਅਸੀਂ ਜਦੋਂ ਹਯਾ ਹੀ ਖਤਮ ਕਰ ਦੇਣੀ ਹੈ ਜੀ ਤੇ ਫਿਰ ਤੁਹਾਡੇ ਪੈਸੇ ਜਿਵੇਂ ਮਰਜ਼ੀ ਤੁਸੀਂ ਕਮਾਓ। ਠੀਕ ਹੈ ਜੀ ਕਿ ਦੇਖੋ ਤੁਸੀਂ ਅਗਰ ਆਪਣੀ ਮਾਂ, ਮੈਂ ਅਗਰ ਗੱਲ ਥੋੜ੍ਹੀ ਜਿਹੀ ਸਾਡੀ ਹੋ ਜਾਏਗੀ ਲੇਕਿਨ ਚੂੰਕਿ ਅਵੇਅਰਨੈਸ ਦਾ ਸਾਡਾ ਪ੍ਰੋਗਰਾਮ ਹੁੰਦਾ ਹੈ, ਭੱਟੀ ਸਾਹਿਬ ਤੁਹਾਡੇ ਸਾਹਮਣੇ ਬਹੁਤ ਸਾਰੇ ਦੋਸਤਾਂ ਦੀਆਂ ਕਾਲਾਂ ਆਉਂਦੀਆਂ ਨੇ, ਕਈ ਸਾਡੇ ਖੈਰ ਖਾ ਹੁੰਦੇ ਨੇ। ਦੇਖੋ ਜੀ ਤੁਹਾਡਾ ਕੰਟੈਂਟ ਜਿਹੜਾ ਨਾ, ਹੂੰ ਉਹ ਹਰ ਬੰਦਾ ਜਿਹੜਾ ਉਹ ਬਹੁਤ ਜ਼ਿਆਦਾ ਇਹਨੂੰ ਪਜ਼ੀਰਾਈ ਨਹੀਂ ਦਿੰਦਾ। ਨਹੀਂ ਦੇ ਰਿਹਾ। ਤੇ ਮੈਂ ਅਕਸਰ ਇੱਕ ਤੁਹਾਡੇ ਨਾਲ ਵੀ ਗੱਲ ਕਰਦਾ ਹੁੰਦਾ ਜੀ ਕਿ ਦੇਖੋ ਗੱਲ ਇਹ ਵੇ ਕਿ ਅਸੀਂ ਤਮੀਜ਼ ਦੇ ਦਾਇਰੇ 'ਚ ਰਹਿ ਕੇ ਜੀ ਇੱਕ ਮੁਸਬਤ ਚੀਜ਼ ਨੂੰ ਲੈ ਕੇ, ਮੁਸਬਤ ਕੰਟੈਂਟ ਨੂੰ ਲੈ ਕੇ ਚੱਲਣਾ, ਉਹਦੇ ਵਾਸਤੇ ਬਿਲਕੁਲ। ਸਾਨੂੰ ਪਜ਼ੀਰਾਈ ਮਿਲਦੀ ਹੈ ਜਾਂ ਨਹੀਂ ਮਿਲਦੀ। ਜੀ ਸਾਡਾ ਪੈਗਾਮ ਅਗਰ ਕਿਸੇ 10 ਲੋਕਾਂ ਦੇ ਵੀ ਦਿਲ ਦੇ ਵਿੱਚ ਸਰਾਇਤ ਕਰ ਜਾਂਦਾ ਨਾ, ਸਾਡਾ ਮਕਸਦ ਪੂਰਾ ਹੋ ਸਾਡਾ ਗਿਆ। ਮਕਸਦ ਪੂਰਾ ਹੋ ਜਾਂਦਾ। ਜੀ ਠੀਕ ਹੈ। ਅਸੀਂ ਭਾਈ ਉਹ ਸ਼ਾਨੇਬਾਜ਼ੀ, ਅਸੀਂ ਉਹ ਛਛੋਰਾਪਨ ਜੀ ਜਾਂ ਅਸੀਂ ਉਹ ਹਰਕਤਾਂ ਨਹੀਂ ਕਰ ਸਕਦੇ। ਜੀ। ਸਾਡੇ ਜੀਨ 'ਚ ਇਹ ਚੀਜ਼ ਸ਼ਾਮਲ ਨਹੀਂ, ਜੀ ਫਿਰ ਸਾਡੇ 'ਚ ਤਾਂ ਉਹਨਾਂ 'ਚ ਕੋਈ ਫਰਕ ਨਹੀਂ ਰਹਿ ਗਿਆ। ਜੀ ਦੇਖੋ ਲਾਈਕਸ ਲੈਣ ਵਾਸਤੇ ਮੈਂ ਵੀ ਕੋਈ ਉਲਟੀ ਸਿੱਧੀ ਗੱਲ ਕਰਦੇ ਹਾਂ, ਤੁਸੀਂ ਵੀ ਕਰਦੇ ਹੋ, ਤੇ ਹੁਣੇ ਹੀ ਸ਼ੁਰੂ ਹੋ ਜਾਏਗਾ ਵਾਹ ਵਾਹ ਕਿਆ ਬਿਲਕੁਲ ਬਾਤ। ਠੀਕ ਸਾਨੂੰ ਵਾਹ ਵਾਹ ਜੇ ਜੇਕਾਰ ਬੱਲੇ ਬੱਲੇ ਨਹੀਂ ਚਾਹੀਦੀ। ਜੀ ਅਸੀਂ ਸਾਡਾ ਜਿਹੜਾ ਮੋਟਿਵ ਹੈ ਨਾ, ਜੀ ਮੇਰਾ ਮੰਨਣਾ ਹੈ ਵੇ ਭੱਟੀ ਸਾਹਿਬ ਜੀ ਕਿ ਬੰਦਾ ਮਰ ਜਾਏ ਮਗਰ ਉਹਦੀ ਸ਼ਖਸੀਅਤ ਜ਼ਿੰਦਾ ਹੈ। ਜਿੰਦਾ ਰਹੇ। ਜੀ ਔਰ ਇਹ ਉਸੇ ਹੀ ਸੂਰਤ ਦੇ ਵਿੱਚ ਹੋ ਸਕਦੀ ਹੈ ਕਿ ਅਗਰ ਉਹ ਸ਼ਖਸੀਅਤ ਦੇ ਵਿੱਚੋਂ ਕੋਈ ਚੀਜ਼ਾਂ ਸਾਹਮਣੇ ਦੁਨੀਆ ਦੇ ਵਾਸਤੇ ਪੋਜ਼ਿਟਿਵ ਚੀਜ਼ਾਂ ਹੋਣਗੀਆਂ। ਜੀ ਠੀਕ ਹੈ। ਤੇ ਮੇਰਾ ਤੇ ਮੁੱਦਾ ਹੈ ਵੇ, ਮੈਂ ਹਸਾਸ ਤਬਾਹ ਆਦਮੀ ਹਾਂ, ਮੈਂ ਤੇ ਚਾਹੁੰਦਾ ਵਾਂ ਕਿ ਸਾਡਾ ਜਿਹੜਾ ਪੈਗਾਮ ਹੈ ਨਾ, ਜੀ ਉਹ ਦੁਨੀਆ ਦੇ ਵਿੱਚ ਪੋਜ਼ਿਟਿਵ ਜਾਏ, ਜੀ ਮੁਸਬਤ ਜਾਏ, ਚੰਗਾ ਜਾਏ, ਮਾੜਾ ਨਾ ਜਾਏ। ਜੀ ਠੀਕ ਹੈ। ਹੁਣ ਇਸ ਟਾਈਮ ਤਮੀਜ਼ ਕੋਈ ਨਹੀਂ। ਜੀ ਟਿਕਟੋਕ ਦੇ ਉੱਪਰ ਸਾਡੀਆਂ ਧੀਆਂ ਭੈਣਾਂ ਜੀ ਬੇਲਬਾਸ ਹੋ ਜਾਂਦੀਆਂ। ਬਿਲਕੁਲ ਬਿਲकुल ਐਸਾ ਹੀ ਹੈ। ਠੀਕ ਹੈ। ਮੁੰਡੇ ਕੁੜੀਆਂ ਬਣੇ ਪਏ ਨੇ, ਕੁੜੀਆਂ ਮੁੰਡੇ ਬਣੇ। ਬਿਲਕੁਲ ਐਸਾ ਹੀ ਹੈ। ਅੱਛਾ, ਹੁਣ ਇਹ ਜਦੋਂ ਚੀਜ਼ਾਂ ਅਸੀਂ ਦੇਖਦੇ ਹਾਂ ਤੇ ਇੱਕ ਸੋਚਣ 'ਚ ਇਹ ਆਉਂਦਾ ਕਿ ਯਾਰ ਅਸੀਂ ਇਹ ਸਾਰੀਆਂ ਚੀਜ਼ਾਂ ਜਦੋਂ ਸਾਡੇ ਬੱਚੇ ਦੇਖਣਗੇ, ਉਹ ਕੀ ਉਹਨਾਂ ਦੀ ਗਰੂਮਿੰਗ ਹੋਏਗੀ, ਹੂੰ ਉਹਨਾਂ ਦੀ ਪਰਵਰਿਸ਼ ਕੀ ਹੋਏਗੀ, ਉਹਨਾਂ ਦੀ ਤਰਬੀਅਤ ਕੀ ਹੋਏਗੀ। ਪਿੱਛੇ ਅਸੀਂ ਪ੍ਰੋਗਰਾਮ ਕੀਤਾ ਸੀ ਤਾਲੀਮ ਦੇ ਉੱਪਰ, ਤੇ ਉਹਦੇ ਵਿੱਚ ਤਰਬੀਅਤ ਨੂੰ ਅਸੀਂ ਲੈ ਕੇ ਬੇਸਿਕਲੀ ਤਰਬੀਅਤ ਜਿਹੜੀ ਹੈ ਨਾ ਆਬਜ਼ਰਵੇਸ਼ਨ ਤੋਂ ਹੁੰਦੀ ਹੈ, ਮੁਸ਼ਾਹਦੇ ਤੋਂ ਹੁੰਦੀ ਹੈ। ਜਿਹੜੀਆਂ ਚੀਜ਼ਾਂ ਸਾਡੇ ਮੁਸ਼ਾਹਦੇ 'ਚੋਂ, ਸਾਡੇ ਬੱਚਿਆਂ ਦੇ ਮੁਸ਼ਾਹਦੇ 'ਚੋਂ ਗੁਜ਼ਰਨਗੀਆਂ, ਉਹਨਾਂ ਨੇ ਤੇ ਉਹੀ ਅਡਾਪਟ ਕਰਨੀਆਂ ਨੇ। ਉਹੀ ਅਡਾਪਟ ਕਰਨੀ। ਬਿਲਕੁਲ ਉਹਨਾਂ ਕੋਲ ਵੱਖਰੀ ਸ਼ਾਇਦ ਨਹੀਂ ਅਡਾਪਟ ਕਰਨੀ। ਬਿਲਕੁਲ ਹੁਣ ਜਦੋਂ ਉਹਨਾਂ ਨੂੰ ਨਜ਼ਰ ਆਉਂਦਾ ਨਾ ਕਿ ਟਿਕਟੋਕ ਦੇ ਉੱਤੇ ਜਨਾਬ ਉਹ ਵੇਖੋ ਉਹਨੇ ਆਪਣੀ ਜਨਾਨੀ ਖਿੱਚੀ ਹੈ ਤੇ ਉਹਦੇ ਨਾਲ ਲੱਗਾ ਹੈ, ਤੇ ਜਨਾਬ ਕੀ ਬਾਤ ਹੈ। ਕੱਲ ਤੁਹਾਡਾ ਕੀ ਖਿਆਲ ਹੈ, ਸਾਡੇ ਜਾਣੇ ਇੱਕ ਹਰਕਤ ਨਹੀਂ ਕਰਨਗੇ? ਬਿਲਕੁਲ ਉਹ ਵੀ ਇਹੀ ਕਰਨਗੇ ਕਿ ਬਾਬਾ ਜੀ ਤੁਹਾਨੂੰ ਕੀ ਪਤਾ, ਤੁਸੀਂ ਤਾਂ ਪੁਰਾਣੇ ਖਿਆਲਾਤ ਦੇ ਬੰਦੇ ਹੋ। ਆਹ ਵੇਖੋ ਇਹਦੇ ਤੇ ਇੰਨੇ ਮਿਲੀਅਨਸ ਵਿਊਜ਼ ਨੇ, ਹਾਂ ਬਿਲਕੁਲ ਇਹਦੇ ਇੰਨੇ ਫਾਲੋਅਰ ਨੇ, ਔਰ ਇਹ ਬੰਦਾ ਤੇ ਐਡਾ ਮਹਾਨ ਹੈ, ਇਹ ਤੇ ਐਡਾ ਹੀਰੋ ਹੈ, ਸਟਾਰ ਆਏ ਸਟਾਰ। ਬਿਲਕੁਲ ਸਾਡਾ ਸੋ ਅਸੀਂ ਮੈਸੇਜ ਕੀ ਦੇ ਰਹੇ ਹਾਂ ਆਪਣੀ ਆਉਣ ਵਾਲੀ ਨਸਲ ਨੂੰ? ਅਸੀਂ ਮੈਸੇਜ ਬੜਾ ਗਲਤ ਦੇ ਰਹੇ ਹਾਂ, ਗੰਦਾ ਦੇ ਰਹੇ ਹਾਂ। ਇਸ ਦੇ ਉੱਪਰ ਬਹੁਤ ਘੱਟ ਲੋਕ ਨੇ ਜਿਹੜੇ ਗੱਲ ਕਰਦੇ। ਪਰ ਮੇਰਾ ਖਿਆਲ ਹੈ ਕਿ ਸਾਨੂੰ ਬਰਮਲਾ ਇਹਦਾ ਇਜ਼ਹਾਰ ਕਰਨਾ ਚਾਹੀਦਾ। ਜਿਹੜੀਆਂ ਪੋਜ਼ੀਟਿਵ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ, ਨੋ ਡਾਊਟ ਉਹਨਾਂ ਦਾ ਕੋਈ ਇਨਕਾਰ ਨਹੀਂ, ਲੇਕਿਨ ਇਹ ਜਿਹੜੀ ਨੈਗੇਟਿਵ ਚੀਜ਼ ਜਾ ਰਹੀ ਹੈ ਨਾ, ਇਹ ਬੜਾ ਗੰਦ ਹੋ ਰਿਹਾ। ਇੱਕ ਬੰਦਾ ਆਂਦਾ ਜਨਾਬ, ਉਹ ਕੁੱਤੇ ਅੰਗਰੂ ਜ਼ਬਾਨ ਲਟਕਾਈ ਹੈ, ਛਾਲਾਂ ਮਾਰਦਾ ਫਿਰਦਾ ਹੈ, ਵੱਡੇ ਵੱਡੇ ਵਾਲ ਰੱਖੇ ਨੇ। ਇੱਕ ਕੁੜੀ ਜੀ ਦੁਸ਼ੀਜ਼ਾ, ਉਹ 15-14 ਸਾਲਾਂ ਦੀ ਜਨਾਬ, ਉਹਦੇ ਨਾਲ ਛਾਲਾਂ ਮਾਰਦੀ ਫਿਰਦੀ। ਕੀ ਦੱਸਣਾ ਚਾਹ ਰਹੇ ਹੋ ਤੁਸੀਂ? ਮਤਲਬ ਕੀ ਤੁਸੀਂ ਕਹਿਣਾ ਕੀ ਚਾਹ ਰਹੇ? ਕਿਹੜਾ ਪੈਗਾਮ ਆ ਤੁਹਾਡਾ? ਕੀ ਪੈਗਾਮ? ਮੈਸੇਜ ਆ ਤੁਹਾਡਾ? ਅੱਛਾ, ਫਿਰ ਕੁਛ ਜਨਾਬ ਵਲਗਰ ਗੁਫ਼ਤਗੂ ਕਰਦੇ ਨੇ, ਖਤੂਨ ਮੰਦੇ ਨਾਲ ਲੱਗੀ ਹੈ। ਉਹ ਇੰਝ ਮਹਿਸੂਸ ਹੁੰਦਾ ਕਿ ਅਸੀਂ ਮਤਲਬ ਘਰ ਘਰ 'ਚ ਜਿਵੇਂ ਚਕਲਾ ਖੋਲ ਲਿਆ। ਯਾਰ ਖੁਦਾ ਦਾ ਖੌਫ ਕਰ। ਇਹ ਜਿਹੜਾ ਇਹ ਹਰ ਘਰ ਦੇ ਵਿੱਚ ਟੂਲਸ ਜਿਹੜੇ ਨੇ, ਸੋਸ਼ਲ ਮੀਡੀਆ ਟੂਲਸ ਇਸਤੇਮਾਲ ਹੋ ਰਹੇ ਨੇ। ਤੁਸੀਂ ਕੀ ਕਰਨਾ ਚਾਹ ਰਹੇ ਇਸ ਮੁਆਸ਼ਰੇ ਦੇ ਨਾਲ? ਜੀ ਅੱਛਾ, ਫਿਰ ਜਿਨ੍ਹਾਂ ਦਾ ਕੰਟੈਂਟ ਇੱਥੇ ਫਰਜ਼ ਕਰੋ ਪਾਕਿਸਤਾਨ ਦੇ ਅੰਦਰ ਬੈਨ ਹੈ, ਉਹ VPN ਇਸਤੇਮਾਲ ਕਰ ਲੈਂਦੇ ਨੇ, ਜਾਂ ਫਿਰ ਜ਼ਿਆਦਾਤਰ ਜਿਹੜੇ ਨੇ ਪਾਕਿਸਤਾਨੀ ਟਿਕਟੋਕਰ ਅੱਗੇ ਪਿੱਛੇ ਉਹ ਆਪਣਾ ਚਲੇ ਗਏ ਨੇ, ਉੱਥੇ ਦੁਬਈ ਚਲੇ ਗਏ। ਅੱਛਾ, ਇੱਕ ਚੀਜ਼ ਤੁਸੀਂ ਭੱਟੀ ਸਾਹਿਬ ਗੌਰ ਕਰਿਓ ਜੀ, ਜ਼ਿਆਦਾਤਰ ਜਿਹੜਾ ਫੇਮਸ ਤਬਕਾ ਜੇ ਨਾ ਇਹਨਾਂ ਚੀਜ਼ਾਂ ਦੇ ਉੱਤੇ ਆ ਟਿਕਟੋਕ ਵਗੈਰਾ ਅੱਗੇ ਪਿੱਛੇ, ਅਨਪੜ੍ਹ ਤਬਕਾ ਹੈ, ਅਨਪੜ੍ਹ ਜਾਹਿਲ ਤਬਕਾ, ਜਿਨ੍ਹਾਂ ਨੂੰ ਲੱਥੀ ਚੜੀ ਦੀ ਕੋਈ ਪਰਵਾਹ ਨਹੀਂ, ਜਿਨ੍ਹਾਂ ਨੂੰ ਲੱਥੀ ਚੜੀ ਦੀ ਕੋਈ ਪਰਵਾਹ ਨਹੀਂ ਕਿ ਮੈਂ ਜੋ ਕੁਛ ਹੈ ਕਰ ਰਿਹਾ ਵਾਂ, ਜੋ ਕੁਝ ਦਿਖਾ ਰਿਹਾ, ਦੂਸਰਾ ਦੇਖ ਕੇ ਕੀ ਕਹੇਗਾ। ਔਰ ਯਕੀਨ ਕਰਕੇ ਜਾਣੋ ਜ਼ਿਆਦਾਤਰ ਹੈ ਹੀ ਤਬਕਾ। ਕੋਈ ਕਿਸੇ ਨੂੰ ਛੇੜਨ ਡਿਆ, ਕੋਈ ਕਿਸੇ ਦੀ ਜ਼ਨਾਨੀ ਨੂੰ ਛੇੜਨ ਡਿਆ, ਕੋਈ ਮਤਲਬ ਅਜੀਬੋ ਗਰੀਬ ਕਿਸਮ। ਔਰ ਇੰਡੀਆ ਦਾ ਕੰਟੈਂਟ ਤਾਂ ਅੱਲਾ ਮਾਫ ਕਰੇ, ਤੋਬਾ ਤੋਬਾ,
ਉਹਨਾਂ ਨੇ ਤੇ ਉਹ ਘਰ ਗ੍ਰਸਤੀ ਦਾ ਹੀ ਬੇੜਾ ਗਰਕ ਕਰ ਛੱਡਿਆ। ਹੂੰ ਭਾਬੀ ਦਾ ਜਿਹੜਾ ਉਹ ਦੇਵਰ ਨਾਲ ਚੱਕਰ ਚਲਾਇਆ ਤੇ ਉਹਨਾਂ ਜਨਾਬ ਉਹ ਸੁਸਰ ਦਾ ਨੂੰਹ ਨਾਲ ਚਲਾਇਆ। ਹੂੰ ਉਹ ਇੰਨੀ ਯਾਰ ਬਗੈਰਤੀ, ਉਹ ਤੇ ਅਖਲਾਕੀਆਤ ਦੇ ਉਹ ਸਾਰੇ ਉਹ ਸਾਰੇ ਅਸੂਲ ਹੀ ਤਬਾਹ ਕਰਤੇ ਨਾ ਉਹਨਾਂ। ਇੰਨਾ ਹੋ ਸਕਦਾ ਸੀ ਉਹ ਜਿਹੜਾ ਗੋਰਿਆਂ ਦੇ ਬਾਰੇ ਗੱਲ ਕਰਦੇ ਉਹਨਾਂ 'ਚ ਨਾ ਹੋਏ ਜਿੰਨਾ ਕਿ ਇਹਨਾਂ ਕੁ ਬਗੈਰਤੀ ਖਿਲਾਰੀ। ਤੇ ਇਹ ਬੜਾ ਗੰਦ ਹੋ ਰਿਹਾ ਭੱਟੀ ਸਾਹਿਬ, ਇਹ ਬੜੀ ਤਕਲੀਫ ਦੇ ਬਾਅਦ। ਔਰ ਮੇਰਾ ਖਿਆਲ ਇਹ ਵੇ ਕਿ ਇਹਨਾਂ ਚੀਜ਼ਾਂ ਤੋਂ ਜਿੰਨਾ ਬਚਿਆ ਜਾਏ ਘੱਟ। ਦੇਖੋ ਉਹ ਸਾਡੇ ਉਹ ਨਾ ਬੇਸ਼ਰ ਕੀ ਮੀਆਂ ਮੁਹੰਮਦ ਬਖਸ਼ ਦਾ ਕਲਾਮ ਹੈ ਕਿ ਬੇਸ਼ਰਮੀ ਦੇ ਹਲਵੇ ਨਾਲੋਂ ਸਾਗ ਸਰੋਂ ਦਾ ਚੰਗਾ। ਜੀ ਗੱਲ ਇਹ ਵੇ ਕਿ ਜੇ ਤੁਸੀਂ ਬਗੈਰਤੀ ਦੀ ਕਮਾਈ ਕਰਨੀ ਹੈ ਨਾ ਤੇ ਉਹਦਾ ਫਾਇਦਾ ਕੋਈ ਨਹੀਂ। ਠੀਕ ਹੈ। ਫਿਰ ਤੁਹਾਡੇ 'ਚ ਤੇ ਦਲਾਲ 'ਚ ਕੋਈ ਫਰਕ ਨਹੀਂ ਹੈ। ਤੁਸੀਂ ਵੀ ਉਹੀ ਦਲਾਗਿਰੀ ਕਰ ਰਹੇ ਹੋ ਜਿਹੜਾ ਕਿ ਇੱਕ ਕਿਸੇ ਜ਼ਮਾਨੇ ਦੇ ਵਿੱਚ ਉਹ ਬਜ਼ਾਰੇ ਹੁਸਨ ਦੇ ਵਿੱਚ ਬਹਿ ਕੇ ਬਾਹਰ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਸੀ ਤੇ ਉਹ ਗਾਹਕਾਂ ਦੇ ਕੋਲ ਬਰੋਕਰੀ ਲੈਂਦਾ ਸੀ ਤੇ ਆਪਣੇ ਉਹ ਜਿਹੜੀਆਂ ਖਵਾਤੀਨ ਪੇਸ਼ ਕਰਦਾ ਸੀ। ਤੇ ਤੁਹਾਡੇ 'ਚ ਤਾਂ ਉਹਦੇ 'ਚ ਕੀ ਫਰਕ? ਤੁਸੀਂ ਅੱਜ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਕੇ ਤੁਸੀਂ ਉਹੀ ਦੁਕਾਨਾਂ ਖੋਲੀਆਂ ਨੇ ਘਰ ਘਰ ਦੇ ਵਿੱਚ। ਠੀਕ ਹੈ। ਫਿਰ ਤੁਸੀਂ ਦੇਖੋ ਸਾਰਿਆਂ ਕੋਲ ਕਿੰਨਾ ਖਾਣ ਵਾਲੇ ਫੋਨ ਨੇ ਭੱਟੀ ਸਾਹਿਬ ਜੀ। ਉਹ ਕਈ ਦਫਾ ਸਾਡੇ ਜੈਸਾ ਬੰਦਾ ਈਵਨ ਘਰ ਦੇ ਵਿੱਚ ਕਈ ਖਵਾਤੀਨ ਉਹ ਡਿਸਕਸ ਕਰਨਾ ਸ਼ੁਰੂ ਕਰ ਦਿੰਦੇ ਇਹ ਮਤਲਬ 18-20 ਸਾਲਾਂ ਦੀ ਬੱਚੀ ਇਹਦੇ ਕੋਲ 2.5-3 ਲੱਖ ਜਾਂ 5 ਲੱਖ 4 ਲੱਖ ਦਾ ਫੋਨ ਕਿੱਥੋਂ ਆ ਗਿਆ? ਯਕੀਨ ਕਰਕੇ ਜਾਣੋ ਸਾਡੇ ਕੋਲ ਜਵਾਬ ਨਹੀਂ ਹੁੰਦਾ ਜੀ। ਠੀਕ ਹੈ। ਔਰ ਉਹ ਜਦੋਂ ਦੇਖੀਦਾ ਨਾ ਤੇ ਅੱਲਾ ਜਾਣਦਾ ਰੌਂਗਟੇ ਖੜੇ ਹੋ ਜਾਂਦੇ ਨੇ ਕਿ ਸਾਡੇ ਘਰਾਂ ਤੱਕ ਇਹ ਜ਼ਹਿਰ ਜਿਹੜਾ ਸਰਾਇਤ ਕਰਦਾ ਜਾ ਰਿਹਾ। ਠੀਕ ਹੈ। ਇਹਦੀ ਰੋਕਥਾਮ ਕਿਵੇਂ ਹੋਏਗੀ ਇਹ ਹੁਣ ਸਾਡੇ ਅਹਿਬਾਬ ਇਖਤਿਆਰ ਨੂੰ ਵੀ ਸਮਝਣਾ ਪਏਗਾ, ਸੋਚਣਾ ਪਏਗਾ। ਔਰ ਸਾਨੂੰ ਵੀ ਆਪਣੇ ਆਪਣੇ ਗਿਰੇਬਾਨ ਦੇ ਵਿੱਚ ਹੱਥ ਮਾਰਨੀ ਪਏਗੀ ਕਿ ਜਨਾਬ ਅਸੀਂ ਕਿਹੜੇ ਪਾਸੇ ਟੁਰ ਪਏ। ਪੈਸਾ ਹੀ ਸਭ ਕੁਛ ਹੈ, ਨੋ ਡਾਊਟ ਕਿ ਪੈਸਾ ਤੁਹਾਡੀ ਜ਼ਰੂਰਤ ਹੈ। ਲੇਕਿਨ ਦੁਨੀਆ ਦੇ ਵਿੱਚ ਦੇਖੋ ਯਾਰ ਜਿਨ੍ਹਾਂ ਕੋਲ ਬੜਾ ਬੜਾ ਪੈਸਾ ਉਹ ਸਕੂਨ ਪੈਸੇ 'ਚ ਨਹੀਂ ਉਹ ਤਲਾਸ਼ ਕਰ ਰਹੇ, ਉਹ ਲੋਕਾਂ ਦੀ ਖਿਦਮਤ ਦੇ ਵਿੱਚ ਸਕੂਨ ਤਲਾਸ਼ ਕਰ ਰਹੇ। ਡਾਕਟਰ ਸਾਹਿਬ ਅਸੀਂ ਅਕਸਰ ਕੋਸ਼ਿਸ਼ ਕਰਦੇ ਹਾਂ, ਬਲਕਿ ਸਾਡੀ ਇਹੋ ਹੀ ਕੋਸ਼ਿਸ਼ ਹੁੰਦੀ ਹੈ ਕਿ ਸਾਡੀ ਅਗਰ ਕੋਈ 2 ਮਿੰਟ ਦੀ ਵੀਡੀਓ ਆ, 10 ਮਿੰਟ ਦੀ ਆ, 15 ਮਿੰਟ ਦੀ ਆ, ਉਹਦੇ ਵਿੱਚ ਆਪਣੇ ਵੇਖਣ ਵਾਲਿਆਂ ਨੂੰ ਕੋਈ ਮੈਸੇਜ ਜਾਏ, ਕੋਈ ਪੈਗਾਮ ਜਾਏ ਜਿਹਦੇ ਨਾਲ ਕਿਸੇ ਦੀ ਕੋਈ ਇਸਲਾਹ ਹੋ ਸਕੇ ਜਾਂ ਅਸੀਂ ਕਿਸੇ ਦੇ ਦੁੱਖ ਨੂੰ, ਕਿਸੇ ਦੀ ਤਕਲੀਫ ਨੂੰ ਸਾਹਮਣੇ ਲੈ ਕੇ ਆਈਏ, ਹੋ ਸਕਦਾ ਉਹਦਾ ਹੱਲ ਹੋ ਸਕੇ। ਬਿਲਕੁਲ। ਅੱਛਾ, ਮੈਂ ਤੁਹਾਡੇ ਮਤਲਬ ਮੌਜੂਦਗੀ ਦੇ ਵਿੱਚ ਇਸ ਚੀਜ਼ ਨੂੰ ਮੈਂ ਕਰਨਾ ਚਾਹਾਂਗਾ ਕਿ ਅੱਜ ਹਜ਼ਾਰਾਂ ਯੂਟਿਊਬਰਸ ਐਸੇ ਨੇ ਕਿ ਜਿਹੜੇ ਆਪਣੀ ਘਰ ਬੈਡਰੂਮ ਤੋਂ ਲੈ ਕੇ ਵਾਸ਼ਰੂਮ, ਕਿਚਨ ਤੇ ਇਹੋ ਹੀ ਚੀਜ਼ਾਂ। ਅੱਛਾ, ਮੈਂ ਇਸ ਚੀਜ਼ ਤੋਂ ਹੈਰਾਨ ਹਾਂ ਕਿ ਅੱਲਾ ਦੇ ਬੰਦੇ ਹੋ, ਤੁਸੀਂ ਕੀ ਵੇਚਦੇ ਪਏ ਹੋ ਤੁਸੀਂ ਇਸ ਕੌਮ ਨੂੰ? ਅੱਛਾ, ਫਿਰ ਉਹ ਤੇ ਜੱਟ ਸਾਹਿਬ ਜੋ ਕੁਝ ਕਰਦੇ ਪਏ ਨੇ ਉਹ ਤੇ ਇੱਕ ਸਾਈਡ 'ਤੇ ਰੱਖ ਦਿਓ। ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਨਾ ਕਿ ਜਦੋਂ ਉਹ ਕੋਈ ਲਾਲੇ ਕੀ ਕਰੇਗਾ ਕੋਈ। ਅੱਛਾ, ਉਹ ਤੇ ਉਸ ਕੈਟਾਗਰੀ 'ਚ ਆ ਗਏ। ਅੱਛਾ, ਉਹ ਤੇ ਫਿਰ ਉਸ ਹਦੀਸ ਦੀ ਉਹ ਕੈਟਾਗਰੀ 'ਚ ਆ ਗਏ ਕਿ ਜਦੋਂ ਕੋਈ ਬੇਸ਼ਰਮ ਬੇਹਯਾ ਹੋ ਜਾਏ ਜੋ ਮਰਜ਼ੀ ਕਰੇ। ਅੱਛਾ, ਉਹਨਾਂ ਨੇ ਉਹ ਕੰਮ ਕਰ ਦਿੱਤਾ। ਲੇਕਿਨ ਇੱਕ ਅਫਸੋਸਨਾਕ ਚੀਜ਼ ਜਿਹੜੀ ਔਰ ਇੱਕ ਪਰੇਸ਼ਾਨਕੁਨ ਚੀਜ਼ ਆ ਕਿ ਇੱਕ ਸਾਈਡ 'ਤੇ ਉਹ ਇੱਕ ਐਸਾ ਬੰਦਾ ਠੀਕ ਆ ਜਿਹੜਾ ਇਹ ਸਾਰਾ ਕੁਝ ਦਿਖਾ ਰਿਹਾ, ਇੱਕ ਸਾਈਡ 'ਤੇ ਤੁਸੀਂ ਬੈਠੇ ਹੋਏ ਹੋ ਜਿਹੜੇ ਕਿਸੇ ਦੇ ਭਲੇ ਦੀ, ਕਿਸੇ ਦੇ ਦੁੱਖ ਦੀ, ਸੁੱਖ ਦੀ, ਕਿਸੇ ਦੇ ਦਰਦ ਦੀ ਗੱਲ ਕਰਦੇ ਪਏ ਹੋ, ਮੁਆਸ਼ਰੇ ਦੀ ਕੋਈ ਅੱਛੀ ਚੀਜ਼ ਲੈ ਕੇ ਆ ਰਹੇ ਹੋ, ਮੁਆਸ਼ਰੇ ਦੀ ਕੋਈ ਬੁਰਾਈ ਸਾਹਮਣੇ ਲੈ ਕੇ ਆ ਰਹੇ ਹੋ। ਅੱਛਾ, ਇੱਕ ਸਾਈਡ 'ਤੇ ਤੁਸੀਂ ਬੈਠੇ ਹੋਏ ਹੋ, ਜਿਸ ਟਾਈਮ ਉੱਧਰ ਧਿਆਨ ਮਾਰੋ ਤੇ ਉੱਧਰ ਵਿਊਜ਼ ਲੱਖਾਂ ਦੇ ਵਿੱਚ, ਜਿਸ ਟਾਈਮ ਤੁਸੀਂ ਆਪਣੇ ਉਹ ਧਿਆਨ ਮਾਰੋ ਤੇ ਇੱਧਰ ਕੁਛ ਨਹੀਂ ਹੈ। ਇਸੇ ਤਰ੍ਹਾਂ ਹੀ ਤੁਸੀਂ ਕਿਸੇ ਵੀ ਸਾਈਡ 'ਤੇ ਚਲੇ ਜਾਓ, ਤੁਸੀਂ ਇੱਕ ਅੱਛਾ ਪੈਗਾਮ ਦੇਣਾ ਚਾਹ ਰਹੇ ਹੋ, ਤੁਹਾਡੀ ਕੋਈ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ। ਅੱਛਾ, ਉਹਦੇ ਅਗੇਂਸਟ ਤੁਸੀਂ ਚੁਟਕਲਾ ਛੱਡ ਦੇ ਉਹ ਨਹੀਂ ਕੋਈ ਇਸ ਤਰ੍ਹਾਂ ਹੀ ਕੋਈ ਖੱਚ ਮਾਰੋ ਠੀਕ ਆ, ਤੇ ਉਹ ਲੱਖਾਂ ਲੋਕ ਤੁਹਾਨੂੰ ਵੇਖਣ ਵਾਲੇ ਹੋਣਗੇ। ਇਹਦਾ ਮਤਲਬ ਹੈਗਾ ਕਿ ਅਸੀਂ ਜਿਸ ਰਸਤੇ 'ਤੇ ਜਾ ਰਹੇ ਨਾ ਬਹੁਤ ਗਲਤ ਰਸਤਾ। ਠੀਕ ਹੈ। ਉਹ ਜਿਹੜੇ ਚੰਦ ਦੇਖੋ, ਪੂਰਾ ਪਾਕਿਸਤਾਨ ਯੂਟਿਊਬਰ ਨਹੀਂ ਹੈ। ਬਿਲਕੁਲ ਠੀਕ। 24 ਕਰੋੜ ਦੀ ਆਬਾਦੀ ਜੱਟ ਸਾਹਿਬ ਟਿਕਟਾਕਰ ਨਹੀਂ ਹੈ। ਲੇਕਿਨ ਉਹ ਜਿਹੜੇ ਕੋਈ ਚੰਦ ਹਜ਼ਾਰਾਂ ਦੇ ਵਿੱਚ ਨਹੀਂ, ਉਹਨਾਂ ਨੇ 24 ਕਰੋੜ ਦੀ ਆਬਾਦੀ ਨੂੰ ਯਰਗਮਾਲ ਬਣਾਇਆ ਹੋਇਆ। ਠੀਕ ਹੈ। ਔਰ ਦੇਖੋ YouTube TikTok ਉਸ ਵੀਡੀਓ ਨੂੰ ਹੀ ਬਾਰ-ਬਾਰ ਸਾਹਮਣੇ ਲੈ ਕੇ ਆਉਂਦਾ ਜਿਹਨੂੰ ਲੋਕ ਜ਼ਿਆਦਾ ਦੇਖਦੇ ਨੇ, ਦੇਖਣਾ ਚਾਹੁੰਦੇ ਨੇ। ਠੀਕ ਹੈ। ਔਰ ਜਿਸ ਤਰ੍ਹਾਂ ਬਾਰ-ਬਾਰ ਵੀਡੀਓ ਸਾਹਮਣੇ ਆਉਂਦੀਆਂ ਨੇ, ਠੀਕ ਹੈ, ਜਿਸ ਤਰ੍ਹਾਂ ਬਾਰ-ਬਾਰ ਉਹ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤੇ ਉਹ ਇੱਥੋਂ ਸਾਬਤ ਇਹ ਹੁੰਦਾ ਫਿਰ ਉਹਨਾਂ ਦੇ ਵਿਊਜ਼ ਦੇਖੋ ਲੱਖਾਂ ਦੇ ਵਿੱਚ ਵਿਊਜ਼ ਨੇ, ਮਿਲੀਅਨਸ ਦੇ ਵਿੱਚ ਵਿਊਜ਼। ਬੇਸਿਕਲੀ ਯਾਰ ਮੈਂ ਤੇ ਇਹੀ ਸਮਝਿਆ ਵਾਂ ਜਿਹੜਾ ਇਹ ਕਰਦੇ ਨੇ ਨਾ, ਇਹਨਾਂ ਨੇ ਹਰ ਸ਼ੈ ਨਾ ਆਪਣਾ ਈਮਾਨ ਸਾਰਾ ਕੁਝ ਪੈਸੇ ਨੂੰ ਸਮਝ ਲਿਆ। ਠੀਕ ਹੈ। ਔਰ ਉਹ ਪੈਸੇ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ। ਮੇਰਾ ਵਰਗਾ ਸਾਡਾ ਚੁੱਕੇ ਟਾਈਮਿੰਗ ਬੜੀ ਘੱਟ ਹੁੰਦੀ ਹੈ, ਵਰਨਾ ਅਸੀਂ ਗੁਫ਼ਤਗੂ ਕਰਨ ਲੱਗੀਏ ਤੇ ਭੱਟੀ ਸਾਹਿਬ ਤੁਸੀਂ ਸਮਝ ਸਕਦੇ ਹੋ ਘੰਟਿਆਂ ਦੇ ਨਾਲ ਚੱਲ ਕਿ ਅਸੀਂ ਇਹ ਦੁੱਖ ਦੇ ਵਿੱਚੋਂ ਦੀ ਇਹ ਰਗੜ ਕੇ ਨਾ ਨਿਕਲੇ ਹੁੰਦੇ ਹਾਂ ਤੇ ਜਿੰਨਾ ਵੀ ਕਤਾਰਸਿਸ ਕਰਨਾ ਚਾਹੀਏ ਉਹ ਘੱਟ ਹੈ।
ਲੇਕਿਨ ਮੇਰਾ ਅੱਜ ਦੀ ਵੀਡੀਓ ਦੇ ਹਵਾਲੇ ਨਾਲ, ਅੱਜ ਦੀ ਜਿਹੜਾ ਸਾਡਾ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਉਹ ਪੈਗਾਮ ਇਹ ਹੀ ਹੈ ਕਿ ਦੇਖੋ ਭਾਈ, ਤੁਸੀਂ ਕਮਾਓ, ਜਿਹੜਾ ਕੰਮ ਆਫਲਾਈਨ ਕਰ ਸਕਦੇ ਹੋ ਉਹਨੂੰ ਤੁਸੀਂ ਆਨਲਾਈਨ ਕਰ ਸਕਦੇ ਹੋ, ਜੀ ਠੀਕ ਹੈ। ਜਿਹੜਾ ਪੈਗਾਮ ਤੁਸੀਂ ਮੁਸਬਤ ਪੈਗਾਮ ਦੁਨੀਆ ਤੱਕ ਪਹੁੰਚਾਉਣਾ ਚਾਹੁੰਦੇ ਹੋ ਉਹ ਤੁਹਾਡੇ ਵਾਸਤੇ ਸੋਸ਼ਲ ਮੀਡੀਆ ਪਲੇਟਫਾਰਮ ਮੌਜੂਦ ਹੈ। ਤੁਸੀਂ ਪੋਜ਼ੀਟਿਵ ਤਰੀਕੇ ਦੇ ਨਾਲ ਆਪਣਾ ਮੈਸੇਜ, ਆਪਣੇ ਦਿਲ ਦਾ ਸਾੜ ਫੂਕ ਸਕਦੇ ਹੋ, ਠੀਕ ਹੈ, ਫੱਕੋ। ਲੇਕਿਨ ਅੱਲਾ ਦਾ ਵਾਸਤਾ ਹੈ, ਅੰਮਾ ਵਾਲਾ ਪਿਆਰ ਬੀਵੀ ਨਾਲ ਨਹੀਂ ਹੁੰਦਾ ਤੇ ਬੀਵੀ ਵਾਲਾ ਪਿਆਰ ਅੰਮਾ ਨਾਲ ਨਹੀਂ ਹੁੰਦਾ। ਇੰਨੀ ਕੁ ਗੱਲ ਨੂੰ ਸਮਝ ਲਵੋ। ਹੂੰ ਅੱਜ ਦੀ ਗੱਲ ਵੇਲੇ ਦੀ ਇਹ ਹੀ ਹੈ ਕਿ ਤੁਸੀਂ ਇਹ ਮਾਂ ਤੇ ਬੀਵੀ ਵਾਲੇ ਪਿਆਰ ਨੂੰ ਮਿਕਸ ਨਾ ਕਰੋ, ਬਗੈਰਤੀ ਨੂੰ ਗੈਰਤ ਦੇ ਵਿੱਚ ਮਿਕਸ ਨਾ ਕਰੋ, ਬੇਸ਼ੱਕ ਠੀਕ ਹੈ। ਜੇ ਤੁਸੀਂ ਬਗੈਰਤੀ ਕਰਨੀ ਹੈ ਨਾ ਤਾਂ ਉਹਦੇ ਵਾਸਤੇ ਅਲੱਗਾ ਤੋਂ ਸਾਈਟਸ ਬਣੀਆਂ ਨੇ, ਤੁਸੀਂ ਉਹਦੇ 'ਤੇ ਕਰੋ, ਠੀਕ ਹੈ। ਔਰ ਉਹਦੇ ਵਾਸਤੇ ਸਾਡੀ ਗਵਰਨਮੈਂਟ ਵੀ ਨੂੰ ਵੀ ਚਾਹੀਦਾ ਹੈ ਕਿ ਕੋਈ ਇਸ ਕਿਸਮ ਦੀ ਸੈਂਸਰਸ਼ਿਪ ਲਾਏ ਤਾਂ ਕਿ ਇਹ ਜਿਹੜੇ ਇੱਥੋਂ ਸਟਾਰ ਬਣਦੇ ਨੇ ਨਾ ਪਏ ਸੋ ਕਾਲਡ, ਇਹਨਾਂ ਦਾ ਉਹ ਸਟਾਰ ਇੱਕ ਵਿੱਚੋਂ ਕੱਟਿਆ ਜਾਏ। ਹਾਂ ਅੱਛਾ, ਇੱਕ ਜਾਂਦੇ ਜਾਂਦੇ ਹੋਰ ਇੱਕ ਮੇਰੇ ਜ਼ਿਹਨ 'ਚ ਆ ਗਈ ਕਿ ਇਹ ਉਹ ਲੋਕ ਜਿਹੜੇ ਬੇਗੈਰਤੀ ਦੀਆਂ ਹੱਦਾਂ ਕ੍ਰਾਸ ਕਰਕੇ ਤੇ ਸਾਹਮਣੇ ਆਉਂਦੇ ਨੇ, ਫਿਰ ਇਹਨਾਂ ਨੂੰ ਸਾਡੇ ਜਿਹੜੇ ਨੈਸ਼ਨਲ ਟੀਵੀ ਚੈਨਲਸ ਨੇ ਉਹ ਵੀ ਪ੍ਰਮੋਟ ਕਰ ਰਹੇ ਆਪਣੇ ਨੇ ਮਾਰਨਿੰਗ ਸ਼ੋਅਜ਼ 'ਚ ਬੁਲਾ ਕੇ ਹਾਂਜੀ। ਤੇ ਉਹ ਉਹਨਾਂ ਨੂੰ ਇੱਕ ਹੀਰੋ ਦੇ ਤੌਰ ਤੇ, ਇੱਕ ਇਹਨਾਂ ਲੋਕਾਂ ਸੈਲੀਬ੍ਰਿਟੀ ਦੇ ਤੌਰ ਇਹਨਾਂ ਤੇ ਲੋਕਾਂ ਦੀ ਜਿੰਨੀ ਸਾਹਮਣੇ ਲੈ ਕੇ ਮੈਂ ਤੇ ਇਹ ਕਹਾਂਗਾ, ਮੈਂ ਦੇਖੋ ਜੀ, ਸਮਝਦਾ ਉਹ ਵੀ ਇੱਕ ਕਾਬਲੇ ਸ਼ਰਮ ਗੱਲ ਆ ਉਹਨਾਂ ਕਾਬਲੇ ਵਾਸਤੇ। ਸ਼ਰਮ ਗੱਲ। ਔਰ ਦੂਸਰੀ ਬਾਤ ਇਹ ਕਿ ਅਸੀਂ ਦੇਖੋ ਜੀ, ਅਸੀਂ ਤੇ ਹਿੱਸਾ ਬਰਾਏ ਜੂਸਾ ਜਿੰਨੇ ਜੋਗੇ ਹੈ ਵਾ, ਜੋ ਸਾਡੀ ਹੈਸੀਅਤ ਅਸੀਂ ਤੋਂ ਗੱਲ ਕਰਾਂਗੇ। ਅਸੀਂ ਕਰਨੀ ਔਰ ਕਰਦੇ ਅਸੀਂ ਇਹ ਕਹਾਂਗੇ ਕਿ ਭਾਈ ਜੀ ਇਹੋ ਜਿਹੇ ਕਿਰਦਾਰਾਂ ਦੀ ਹੌਸਲਾ ਸ਼ਿਕਨੀ ਕਰੋ ਬਿਲਕੁਲ ਤਾਂ ਜੇ ਤੁਹਾਡੀ ਆਉਣ ਵਾਲੀ ਨਸਲ ਬਰਬਾਦ ਨਾ ਹੋਏ। ਬਿਲਕੁਲ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਉਣ ਵਾਲੀ ਨਸਲ ਚਾਚੇ ਨੂੰ ਚਾਚੇ ਦੀ ਨਜ਼ਰ ਨਾਲ ਦੇਖੇ ਤੇ ਚਾਚਾ ਵੀ ਆਪਣੀ ਭਤੀਜੀ ਨੂੰ ਧੀ ਦੀ ਨਜ਼ਰ ਨਾਲ ਦੇਖੇ, ਤੇ ਫਿਰ ਇਹਨਾਂ ਚੀਜ਼ਾਂ ਦੇ ਵਿੱਚੋਂ ਤੁਹਾਨੂੰ ਬਾਹਰ ਆਉਣਾ ਪਏਗਾ। ਤੇ ਅੱਜ ਦੀ ਗੱਲ ਵੇਲੇ ਦੀ ਇਹ ਜੀ। ਤੇ ਭੱਟੀ ਸਾਹਿਬ, ਬਾਕੀ ਪਿਆਰੇ ਵੇਖਣ ਵਾਲਿਓ, ਇਹ ਚੰਦ ਦਿਨ ਦੀ ਜ਼ਿੰਦਗੀ ਹੈ, ਇਹਦੇ ਵਿੱਚ ਤੁਸੀਂ ਟਿਕਟਾਕ ਬਣਾਓ, YouTube ਦੇ ਉੱਤੇ ਵੀਡੀਓਜ਼ ਪਾਓ, ਜੋ ਮਰਜ਼ੀ ਕਰੋ, ਕੋਈ ਤੁਹਾਡਾ ਹੱਥ ਨਹੀਂ ਰੋਕਣ ਵਾਲਾ। ਲੇਕਿਨ ਇੱਕ ਚੀਜ਼ ਯਾਦ ਰੱਖਣਾ ਕਿ ਇਸ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਕਿ ਅਗਲਾ ਲਮਹਾ ਹੈ ਜਾਂ ਨਹੀਂ ਹੈ। ਔਰ ਜਦੋਂ ਤੁਸੀਂ ਹਜ਼ਾਰਾਂ ਦੀ ਤਾਦਾਦ ਦੇ ਨਾਲ ਇਸ ਤਰ੍ਹਾਂ ਦਾ ਕੰਟੈਂਟ ਹੈ, ਜਿਹੜੀਆਂ ਵੀਡੀਓਜ਼ YouTube ਦੇ ਉੱਤੇ, ਟਿਕਟਾਕ ਦੇ ਉੱਤੇ, ਫੇਸਬੁੱਕ 'ਤੇ ਛੱਡ ਕੇ ਚਲੇ ਜਾਓਗੇ ਤੇ ਇੰਨਾ ਮੌਕਾ ਵੀ ਨਾ ਮਿਲੇ ਕਿ ਉਹਨਾਂ ਨੂੰ ਡਿਲੀਟ ਕਰ ਸਕੋ। ਹਾਂਜੀ, ਤੇ ਮੁਮਕਿਨ ਆ ਕਿ ਕੱਲ੍ਹ ਨੂੰ ਕਿਆਮਤ ਤੱਕ ਜਦੋਂ ਤੱਕ ਉਹ ਤੁਹਾਡੇ ਵੀਡੀਓਜ਼, ਗੁਨਾਹਾਂ ਦੇ ਉਹ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਲੋਕ ਵੇਖਦੇ ਰਹਿਣ, ਉਹ ਤੁਹਾਡੇ ਗੁਨਾਹਾਂ ਦੇ ਵਿੱਚ ਇਜ਼ਾਫਾ ਨਾ ਕਰਦੇ ਰਹਿਣ। ਦੁਨੀਆ ਦੇ ਜਿਸ ਕੋਨੇ 'ਚ ਵੀ ਰਹੋ, ਹੱਸਦੇ ਰਹੋ, ਵੱਸਦੇ ਰਹੋ, ਆਪਣਾ ਬਹੁਤ ਸਾਰਾ ਖਿਆਲ ਰੱਖਿਓ। ਸਾਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼, ਰੱਬ ਰੱਖਾ।